ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਨ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕਾ ਦੇ ਮੁੱਖ ਗ੍ਰੀਨ ਕਾਰਡ ਰੂਟ 1 ਅਕਤੂਬਰ ਤੱਕ ਬੰਦ, ਭਾਰਤੀਆਂ ਨੂੰ ਕਰਨਾ ਪਵੇਗਾ ਲੰਮਾ ਇੰਤਜ਼ਾਰ। ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚੋਂ ਚੁੱਕੇ 23 ਭਾਰਤੀ। ਟਰੰਪ ਦੇ ਕਰੀਬੀ ਦੀ ਦਿਨ ਦਿਹਾੜੇ ਹੱਤਿਆ, ਯੂਨੀਵਰਸਿਟੀ ਡਿਬੇਟ ਦੌਰਾਨ ਮਾਰੀ ਗੋਲੀ, ਅਮਰੀਕਾ 'ਚ ਰਾਸ਼ਟਰੀ ਸੋਗ ਦਾ ਐਲਾਨ। 3 ਬਰਖਾਸਤ FBI ਅਧਿਕਾਰੀਆਂ ਨੇ ਕੁਸ਼ ਪਟੇਲ ਤੇ ਕੀਤਾ ਮੁਕੱਦਮਾ। ਵਾਸ਼ਿੰਗਟਨ DC ਦੇ ਇੱਕ ਰੈਸਟੋਰੈਂਟ ਵਿੱਚ ਪ੍ਰਦਰਸ਼ਨਕਾਰੀਆਂ ਨੇ ਡੋਨਾਲਡ ਟਰੰਪ ਨੂੰ ਘੇਰਿਆ, ਆਜ਼ਾਦ ਫਲਸਤੀਨ ਦੇ ਲਗਾਏ ਨਾਰੇ। ਦੁਨੀਆ ਭਰ 'ਚ ਮਚੀ ਸਿਆਸੀ ਹਲਚਲ, 3 ਦਿਨਾਂ 'ਚ 3 ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਦਿੱਤਾ ਅਸਤੀਫਾ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕੀ ਵਿਦੇਸ਼ ਵਿਭਾਗ ਨੇ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਯਾਨੀ ਕਿ USCIS ਦੇ ਨਾਲ ਮਿਲ ਕੇ ਐਲਾਨ ਕੀਤਾ ਹੈ ਕਿ EB3 ਯਾਨੀ ਹੁਨਰਮੰਦ ਕਾਮੇ ਪੇਸ਼ੇਵਰ ਅਤੇ ਹੋਰ ਕਾਮੇ ਅਤੇ EW ਯਾਨੀ ਹੋਰ ਕਾਮੇ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਸ਼੍ਰੇਣੀਆਂ ਵਿੱਤੀ ਸਾਲ 2025 ਲਈ ਆਪਣੀਆਂ ਸੰਖਿਆਤਮਕ ਸੀਮਾਵਾਂ ਤੇ ਪਹੁੰਚ ਗਈਆਂ ਹਨ। ਨਤੀਜੇ ਵਜੋਂ 1 ਅਕਤੂਬਰ 2025 ਤੱਕ ਜਦੋਂ ਨਵਾਂ ਵਿੱਤੀ ਸਾਲ ਸ਼ੁਰੂ ਹੁੰਦਾ ਹੈ, ਇਹਨਾਂ ਸ਼੍ਰੇਣੀਆਂ ਦੇ ਤਹਿਤ ਕੋਈ ਨਵਾਂ ਗ੍ਰੀਨ ਕਾਰਡ ਜਾਰੀ ਨਹੀਂ ਕੀਤਾ ਜਾਵੇਗਾ। ਇਹ ਕਦਮ ਪਹਿਲਾਂ ਕੀਤੇ ਗਏ ਐਲਾਨਾਂ ਤੋਂ ਬਾਅਦ ਆਇਆ ਹੈ ਕਿ EB1 ਅਤੇ EB2 ਜੋ ਯੋਗਤਾ ਵਾਲੇ ਪੇਸ਼ੇਵਰ ਹੋਣਗੇ ਸ਼੍ਰੇਣੀਆਂ ਵੀ ਆਪਣੀਆਂ ਸੀਮਾਵਾਂ ਨੂੰ ਪਾਰ ਕਰ ਗਈਆਂ ਹਨ। ਯਾਨੀ ਕਿ EB1 ਅਤੇ EB2 ਜੋ ਸ਼੍ਰੇਣੀਆਂ ਨੇ ਉਹ ਆਪਣੀਆਂ ਸੀਮਾਵਾਂ ਨੂੰ ਪਾਰ ਕਰਕੇ ਅੱਗੇ ਵਧ ਗਈਆਂ ਨੇ। ਬਹੁਤ ਸਾਰੇ ਭਾਰਤੀ ਨਾਗਰਿਕਾਂ ਲਈ ਇਹ ਰੋਜ਼ਗਾਰ ਆਧਾਰਿਤ ਮਾਰਗਾਂ ਰਾਹੀਂ ਸਥਾਈ ਨਿਵਾਸ ਪ੍ਰਾਪਤ ਕਰਨ ਵਿੱਚ ਪਹਿਲਾਂ ਹੀ ਲੰਮੇ ਇੰਤਜ਼ਾਰ ਦੇ ਸਮੇਂ ਨੂੰ ਵਧਾਉਂਦਾ ਹੈ। ਸੋ ਜੋ ਉਡੀਕ ਸਮਾਂ ਹੈ ਵਧਾਇਆ ਗਿਆ। EB3 ਅਤੇ EW ਰੁਕਣ ਨਾਲ ਇਨ੍ਹਾਂ ਸ਼੍ਰੇਣੀਆਂ ਦੇ ਬਿਨੇਕਾਰਾਂ ਨੂੰ ਆਪਣੀ ਗ੍ਰੀਨ ਕਾਰਡ ਦੀ ਪ੍ਰਕਿਰਿਆ ਮੁੜ ਸ਼ੁਰੂ ਕਰਨ ਲਈ 1 ਅਕਤੂਬਰ ਤੱਕ ਉਡੀਕ ਕਰਨੀ ਪਵੇਗੀ। ਇਹ ਪ੍ਰਤੀ ਦੇਸ਼ ਸੀਮਾਵਾਂ ਦੇ ਕਾਰਨ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਨੂੰ ਆ ਰਹੀ ਦੇਰੀ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਕਿਉਂਕਿ EB1 ਅਤੇ EB2 ਨੂੰ ਵੀ ਅਸਥਾਈ ਤੌਰ ਤੇ ਰੋਕ ਦਿੱਤਾ ਗਿਆ, ਹੁਨਰਮੰਦ ਪੇਸ਼ੇਵਰ, ਖੋਜਕਰਤਾ ਅਤੇ ਹੋਰ ਜੋ ਆਮ ਤੌਰ ਤੇ ਇਨ੍ਹਾਂ ਸ਼੍ਰੇਣੀਆਂ ਰਾਹੀਂ ਅਰਜ਼ੀ ਦਿੰਦੇ ਹਨ ਪ੍ਰਭਾਵਿਤ ਹੁੰਦੇ ਹਨ। ਇਸ ਦਾ ਮਤਲਬ ਹੈ ਕਿ ਲਗਭਗ ਸਾਰੇ ਪ੍ਰਮੁੱਖ ਰੋਜ਼ਗਾਰ ਆਧਾਰਿਤ ਇਮੀਗ੍ਰੇਸ਼ਨ ਰੂਟ ਵਿੱਤੀ ਰੀਸੈਟ ਤੱਕ ਮੁਅੱਤਲ ਦਾ ਸਾਹਮਣਾ ਕਰ ਸਕਦੇ ਹਨ। ਕੁਝ ਬਿਨੇਕਾਰ ਹੋਰ ਇਮੀਗ੍ਰੇਸ਼ਨ ਮਾਰਗਾਂ ਦੀ ਪੜਚੋਲ ਕਰ ਸਕਦੇ ਹਨ, ਜਿਵੇਂ ਕਿ EB5 ਨਿਵੇਸ਼ਕ ਰਸਤਾ, ਜਿਸ ਨੂੰ ਅਕਸਰ ਕੁਝ ਸ਼ਰਤਾਂ ਅਧੀਨ ਵਧੇਰੇ ਅਨੁਮਾਨਯੋਗ ਮੰਨਿਆ ਜਾਂਦਾ ਹੈ। ਹਾਲਾਂਕਿ EB5 ਦੀਆਂ ਆਪਣੀਆਂ ਨਿਵੇਸ਼ ਸੀਮਾਵਾਂ, ਜੋਖਮ ਅਤੇ ਦੇਰੀ ਹਨ। ਅਮਰੀਕੀ ਕਾਨੂੰਨ ਹਰ ਵਿੱਤੀ ਸਾਲ ਦੇ ਵਿੱਚ ਵੱਖ-ਵੱਖ ਰੋਜ਼ਗਾਰ ਆਧਾਰਿਤ ਸ਼੍ਰੇਣੀਆਂ ਵਿੱਚ ਜਾਰੀ ਕੀਤੇ ਗਏ ਗ੍ਰੀਨ ਕਾਰਡਾਂ ਦੀ ਗਿਣਤੀ ਨੂੰ ਸੀਮਿਤ ਕਰਦਾ ਹੈ। ਇੱਕ ਵਾਰ ਜਦੋਂ ਇੱਕ ਸ਼੍ਰੇਣੀ ਦੀ ਸੀਮਾ ਪੂਰੀ ਹੋ ਜਾਂਦੀ ਹੈ ਤਾਂ ਅਗਲੇ ਸਾਲ ਤੱਕ ਹੋਰ ਜਾਰੀ ਨਹੀਂ ਕੀਤੇ ਜਾ ਸਕਦੇ। ਅਮਰੀਕੀ ਇਮੀਗ੍ਰੇਸ਼ਨ ਲਈ ਵਿੱਤੀ ਸਾਲ 30 ਸਤੰਬਰ ਨੂੰ ਖਤਮ ਹੁੰਦਾ ਹੈ। ਉਸ ਮਿਤੀ ਤੋਂ ਬਾਅਦ ਸਾਰੇ ਕੈਂਪਸ ਰੀਸੈਟ ਕੀਤੇ ਜਾਣਗੇ, ਜਿਸ ਨਾਲ ਨਵਾਂ ਜਾਰੀ ਕਰਨਾ ਮੁੜ ਸ਼ੁਰੂ ਹੋ ਜਾਂਦਾ ਹੈ। ਭਾਰਤੀ ਨਾਗਰਿਕਾਂ ਨੂੰ ਆਮ ਤੌਰ ਤੇ ਉੱਚ ਮੰਗ ਅਤੇ ਦੇਸ਼ ਦੇ ਕੋਟੇ ਦੇ ਕਾਰਨ ਲੰਬੇ ਬੈਕਲੌਗ ਦਾ ਸਾਹਮਣਾ ਕਰਨਾ ਪੈਂਦਾ ਹੈ, ਖਾਸ ਕਰਕੇ EB2 ਅਤੇ EB3 ਵਿੱਚ। ਇਸ ਰੁਕਾਵਟ ਦਾ ਮਤਲਬ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਹੋਰ ਵੀ ਲੰਬਾ ਇੰਤਜ਼ਾਰ ਕਰਨਾ ਪਵੇਗਾ, ਭਾਵੇਂ ਉਹਨਾਂ ਦੀ ਤਰਜੀਹੀ ਮਿਤੀ ਮੌਜੂਦ ਹੋਵੇ ਜਾਂ ਮੌਜੂਦਾ ਹੋਣ ਦੇ ਨੇੜੇ ਹੋਵੇ। ਸੋ ਇਸ ਤੇ ਸਵਾਲ ਇਹ ਹੁੰਦਾ ਹੈ ਕਿ ਆਖਰ ਫਿਰ ਬਿਨੇਕਾਰਾਂ ਨੂੰ ਇੱਥੇ ਕੀ ਕਰਨਾ ਚਾਹੀਦਾ ਹੈ। ਤੇ ਤੁਹਾਨੂੰ ਦੱਸ ਦਵਾਂ ਕਿ ਵੀਜ਼ਾ ਬੁਲੇਟਿਨ ਵਿੱਚ ਆਪਣੀ ਸਥਿਤੀ ਦੀ ਪੁਸ਼ਟੀ ਕਰਨੀ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡੀ ਤਾਰੀਖ ਮੌਜੂਦਾ ਨਹੀਂ ਹੈ ਤਾਂ ਹੋ ਸਕਦਾ ਹੈ ਕਿ ਰੁਕਣ ਦਾ ਅਸਰ ਤੁਹਾਨੂੰ ਤੁਰੰਤ ਨਾ ਪਵੇ, ਪਰ ਸਪਸ਼ਟਤਾ ਬਹੁਤ ਜ਼ਰੂਰੀ ਹੁੰਦੀ ਹੈ। ਇਸ ਤੋਂ ਇਲਾਵਾ ਦੇਰੀ ਦੀ ਉਮੀਦ ਕਰੋ। ਇਹ ਵਿਰਾਮ ਤੁਹਾਡੇ ਕੈਰੀਅਰ ਅਤੇ ਰਹਿਣ ਸਹਿਣ ਦੇ ਪ੍ਰਬੰਧਾਂ ਵਿੱਚ ਲੰਬੇ ਇੰਤਜ਼ਾਰ ਤੇ ਸਮੇਂ ਨੂੰ ਸ਼ਾਮਲ ਕਰਨ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਸੋ ਜੇਕਰ EB3 ਜਾਂ EW ਤੁਹਾਡਾ ਮੁੱਖ ਰਸਤਾ ਸੀ ਤਾਂ ਵਿਚਾਰ ਕਰੋ ਕਿ ਕੀ ਹੋਰ ਰਸਤੇ ਯਾਨੀ ਕਿ ਪਰਿਵਾਰ ਆਧਾਰਿਤ EB5 ਆਦਿ ਬਿਹਤਰ ਸਮਾਂ ਸੀਮਾਵਾਂ ਦੀ ਪੇਸ਼ਕਸ਼ ਕਰ ਸਕਦੇ ਹਨ ਕਿ ਨਹੀਂ ਕਰ ਸਕਦੇ। ਸੋ ਪ੍ਰਮੁੱਖ ਰੋਜ਼ਗਾਰ ਗ੍ਰੀਨ ਕਾਰਡ ਸ਼੍ਰੇਣੀਆਂ ਵਿੱਚ ਇਹ ਰੁਕਾਵਟ ਅਮਰੀਕੀ ਇਮੀਗ੍ਰੇਸ਼ਨ ਮੰਗ ਅਤੇ ਹਰ ਸਾਲ ਉਪਲਬਧ ਸਲੋਟਸ ਦੀ ਨਿਸ਼ਚਿਤ ਗਿਣਤੀ ਵਿਚਕਾਰ ਨਿਰੰਤਰ ਮੇਲ ਨਹੀਂ ਖਾਂਦੀ ਹੋਈ ਦਰਸਾਉਂਦੀ ਹੈ। ਭਾਰਤ ਲਈ ਜੋ ਹੁਨਰਮੰਦ ਕਾਮਿਆਂ ਦੀ ਪ੍ਰਵਾਸੀ ਮੰਗ ਦਾ ਇੱਕ ਵੱਡਾ ਹਿੱਸਾ ਸਪਲਾਈ ਕਰਦਾ ਹੈ, ਇਹਨਾਂ ਸੀਮਾਵਾਂ ਦੇ ਤਿੱਖੇ ਪ੍ਰਭਾਵ ਹੋ ਸਕਦੇ ਹਨ, ਜਿਵੇਂ ਕਿ ਕੈਰੀਅਰ ਦੀਆਂ ਸੰਭਾਵਨਾਵਾਂ, ਪਰਿਵਾਰ ਨਿਯੋਜਨ, ਇਮੀਗ੍ਰੇਸ਼ਨ ਰਣਨੀਤੀ ਅਤੇ ਗੈਰ ਪ੍ਰਵਾਸੀ ਵੀਜ਼ਾ ਅਧੀਨ ਅਮਰੀਕਾ ਵਿੱਚ ਰਹਿਣ ਦੇ ਆਲੇ ਦੁਆਲੇ ਫੈਸਲੇ ਵੀ।
ਇਹ ਸਭ ਪ੍ਰਭਾਵਿਤ ਹੋ ਸਕਦੇ ਹਨ। ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਭਰੇ ਸ਼ਿਕਾਗੋ ਸ਼ਹਿਰ ਦੀ ਘੇਰਾਬੰਦੀ ਕਰਦਿਆਂ ਸੈਂਕੜੇ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਹ ਕਾਰਵਾਈ ਆਉਣ ਵਾਲੇ ਕਈ ਦਿਨ ਤੱਕ ਜਾਰੀ ਰਹਿ ਸਕਦੀ ਹੈ। ਮੁੱਢਲੀਆਂ ਰਿਪੋਰਟਾਂ ਦੇ ਮੁਤਾਬਕ 23 ਭਾਰਤੀ ਨੌਜਵਾਨ ਆਈਸ ਦੇ ਅੜਿੱਕੇ ਆ ਗਏ, ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰਾਂ ਵਿੱਚ ਭੇਜਿਆ ਗਿਆ। ਆਪਰੇਸ਼ਨ ਮਿਡਵੇ ਬਿਲਸ ਤਹਿਤ ਕੀਤੀ ਜਾ ਰਹੀ ਕਾਰਵਾਈ ਕੈਟੀ ਅਬਰਾਹਮ ਨੂੰ ਸਮਰਪਿਤ ਕੀਤੀ ਗਈ ਹੈ, ਜਿਸ ਦਾ ਕਤਲ ਇੱਕ ਗੈਰ ਕਾਨੂੰਨੀ ਪ੍ਰਵਾਸੀ ਨੇ ਕੀਤਾ ਸੀ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਦੀ ਸਹਾਇਕ ਮੰਤਰੀ ਟ੍ਰਿਸ਼ੀਆ ਨੇ ਸ਼ਿਕਾਗੋ ਵਿੱਚ ਹੁੰਦਿਆਂ ਵਾਰਦਾਤਾਂ ਲਈ ਇਲੀਨੋਏ ਦੇ ਗਵਰਨਰ ਜੇਬੀ ਪਿਟਸਕਰ ਨੂੰ ਜ਼ਿੰਮੇਵਾਰ ਠਹਿਰਾਇਆ, ਜੋ ਅਸਰਦਾਰ ਇਮੀਗ੍ਰੇਸ਼ਨ ਨੀਤੀ ਲਾਗੂ ਕਰਨ ਵਿੱਚ ਅਸਫਲ ਰਹੇ। ਉਹਨਾਂ ਨੇ ਦੋਸ਼ ਲਗਾਇਆ ਕਿ ਪਿਛਲੇ ਕਈ ਵਰ੍ਹਿਆਂ ਤੋਂ ਗਵਰਨਰ ਪਿਟਸਕਰ ਅਤੇ ਉਹਨਾਂ ਦੇ ਸਾਥੀ ਸਿਆਸਤਦਾਨ ਖਤਰਨਾਕ ਗੈਂਗਸਟਰਾਂ, ਬਲਾਤਕਾਰੀਆਂ ਅਤੇ ਨਸ਼ਾ ਤਸਕਰਾਂ ਨੂੰ ਰਿਹਾ ਕਰਕੇ ਆਏ ਹਨ, ਜਿਸ ਦੇ ਸਿੱਟੇ ਵਜੋਂ ਅਮਰੀਕਾ ਵਾਸੀਆਂ ਦੀਆਂ ਜਾਨਾਂ ਖਤਰੇ ਵਿੱਚ ਪੈ ਗਈਆਂ। ਟ੍ਰਿਸ਼ੀਆ ਨੇ ਅੱਗੇ ਕਿਹਾ ਕਿ ਅਮਰੀਕਾ ਵਿੱਚ ਕੋਈ ਸ਼ਹਿਰ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਲੁਕਣਗਾਹ ਨਹੀਂ ਰਹੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਸਪਸ਼ਟ ਸੁਨੇਹਾ ਦੇ ਚੁੱਕੇ ਹਨ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਅਤੇ ਕਾਨੂੰਨ ਤੋੜਨ ਵਾਲਿਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਜਿਹੇ ਲੋਕਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਡਿਪੋਰਟ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਇਲੀਨੋਇਸ ਦੇ ਗਵਰਨਰ ਜੇਬੀ ਪਿਟਸਕਰ ਨੇ ਕਿਹਾ ਹੈ ਕਿ ਰਾਸ਼ਟਰਪਤੀ ਸ਼ਿਕਾਗੋ ਸ਼ਹਿਰ ਵਿਰੁੱਧ ਜੰਗ ਛੇੜਨ ਦਾ ਯਤਨ ਕਰ ਰਹੇ ਹਨ। ਇਹ ਕੋਈ ਮਖੌਲ ਨਹੀਂ ਹੋ ਰਿਹਾ। ਡੋਨਾਲਡ ਟਰੰਪ ਅਸਲ ਵਿੱਚ ਮਜ਼ਬੂਤ ਇਨਸਾਨ ਨਹੀਂ, ਸਗੋਂ ਡਰੇ ਹੋਏ ਸਿਆਸਤਦਾਨ ਹਨ। ਕੋਈ ਤਾਨਾਸ਼ਾਹ ਇਲੀਨੋਏ ਦੇ ਲੋਕਾਂ ਨੂੰ ਡਰਾ ਧਮਕਾ ਕੇ ਨਹੀਂ ਸਕਦਾ। ਤੁਹਾਨੂੰ ਦੱਸ ਦਈਏ ਕਿ ਜਾਰਜੀਆ ਸੂਬੇ ਦੀ ਇੱਕ ਕਾਰ ਫੈਕਟਰੀ ਵਿੱਚ ਆਈਸ ਨੇ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਇਮੀਗ੍ਰੇਸ਼ਨ ਛਾਪਾ ਮਾਰਨ ਦਾ ਦਾਅਵਾ ਕਰਦਿਆਂ 475 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕੀਤਾ। ਇਸ ਵੇਲੇ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੀ ਹਿਰਾਸਤ ਦੇ ਵਿੱਚ 61,226 ਪ੍ਰਵਾਸੀ ਦੱਸੇ ਜਾ ਰਹੇ ਹਨ ਅਤੇ ਸ਼ਿਕਾਗੋ ਦੇ ਛਾਪਿਆਂ ਮਗਰੋਂ ਅੰਕੜਾ ਹੋਰ ਉੱਤੇ ਜਾ ਸਕਦਾ ਹੈ। ਉਧਰ ਹੁੰਡਾਈ ਕਾਰ ਫੈਕਟਰੀ ਵਿੱਚ ਛਾਪੇ ਦੌਰਾਨ ਫੜੇ ਗਏ ਕਈ ਵਰਕਰਾਂ ਕੋਲ ਵੈਲਿਡ ਵੀਜ਼ਾ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ, ਪਰ ਇਮੀਗ੍ਰੇਸ਼ਨ ਵਾਲਿਆਂ ਨੇ ਉਹਨਾਂ ਦੀ ਇੱਕ ਨਾ ਸੁਣੀ। ਦੱਖਣੀ ਕੋਰੀਆ ਸਰਕਾਰ ਵੱਲੋਂ ਆਪਣੇ ਕਿਰਤੀਆਂ ਨੂੰ ਵਾਪਸ ਲਿਆਉਣ ਦੇ ਲਈ ਵਿਸ਼ੇਸ਼ ਜਹਾਜ਼ ਅਮਰੀਕਾ ਭੇਜਿਆ ਗਿਆ, ਪਰ ਐਲਜੀ ਦੇ ਸਾਰੇ એનર્ਜੀ ਪਲਾਂਟਸ ਵਿੱਚ ਕੰਮ ਠੱਪ ਹੋਣ ਮਗਰੋਂ ਟਰੰਪ ਸਰਕਾਰ ਤੇ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਹਨ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਟਰੰਪ ਵੱਧ ਤੋਂ ਵੱਧ ਵਿਦੇਸ਼ੀ ਨਿਵੇਸ਼ ਚਾਹੁੰਦੇ ਹਨ, ਜਦਕਿ ਦੂਜੇ ਪਾਸੇ ਕਾਰਖਾਨਿਆਂ ਦਾ ਕੰਮ ਠੱਪ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਅਮਰੀਕਾ ਵਿੱਚ ਬੈਟਰੀ ਕਾਰਾਂ ਤਿਆਰ ਕਰਨ ਲਈ ਹੁੰਡਾਈ ਅਤੇ ਐਲਜੀ ਸਾਂਝੇ ਤੌਰ ਤੇ ਕੰਮ ਕਰ ਰਹੇ ਹਨ। ਅਮਰੀਕਾ ਦੀ ਯੂਟਾਹ ਵੈਲੀ ਯੂਨੀਵਰਸਿਟੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਰਿਪਬਲਿਕਨ ਨੌਜਵਾਨ ਨੇਤਾ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਸਹਿਯੋਗੀ ਚਾਰਲੀ ਕਿਰਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਹਨਾਂ ਨੂੰ ਗੋਲੀ ਮਾਰੀ ਗਈ। ਜਾਂਚ ਤੋਂ ਪਤਾ ਚੱਲਿਆ ਕਿ ਕਾਤਲ ਨੇ ਇੱਕ ਛੱਤ ਤੋਂ ਲਗਭਗ 200 ਮੀਟਰ ਦੀ ਦੂਰੀ ਤੋਂ ਗੋਲੀ ਚਲਾਈ ਸੀ। ਗੋਲੀ ਦੀ ਸ਼ੁੱਧਤਾ ਤੋਂ ਇਹ ਸਪਸ਼ਟ ਹੈ ਕਿ ਕਾਤਲ ਇੱਕ ਪੇਸ਼ੇਵਰ ਨਿਸ਼ਾਨੇਬਾਜ਼ ਸੀ। ਇਸ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਇਹ ਇੱਕ ਸੋਚਿਆ ਸਮਝਿਆ ਕਤਲ ਸੀ। FBI ਦੇ ਡਾਇਰੈਕਟਰ ਕਸ਼ ਪਟੇਲ ਨੇ ਦੱਸਿਆ ਕਿ ਜਾਂਚ ਦੌਰਾਨ 2 ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਉਹਨਾਂ ਵਿੱਚੋਂ ਇੱਕ ਨੂੰ ਨਿਆਂ ਪ੍ਰਣਾਲੀ ਵਿੱਚ ਰੁਕਾਵਟ ਪਾਉਣ ਦੇ ਦੋਸ਼ ਵਿੱਚ ਜੇਲ੍ਹ ਭੇਜ ਦਿੱਤਾ ਗਿਆ, ਜਦਕਿ ਦੂਜੇ ਨੂੰ ਰਿਹਾ ਕਰ ਦਿੱਤਾ ਗਿਆ ਕਿਉਂਕਿ ਗੋਲੀਬਾਰੀ ਦੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਮਿਲਿਆ। ਪੁਲਿਸ ਹੁਣ ਕਾਲੇ ਕੱਪੜੇ ਪਹਿਨੇ ਇੱਕ ਸ਼ੱਕੀ ਦੀ ਭਾਲ ਕਰ ਰਹੀ ਹੈ, ਜਿਸ ਦੀ ਭੂਮਿਕਾ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਚਾਰਲੀ ਕਿਰਕ ਯੂਟਾਹ ਵੈਲੀ ਯੂਨੀਵਰਸਿਟੀ ਦੇ ਇੱਕ ਪ੍ਰੋਗਰਾਮ ਦੇ ਵਿੱਚ ਭਾਸ਼ਣ ਦੇ ਰਹੇ ਸਨ। ਉਸ ਵੇਲੇ ਉਹਨਾਂ ਦੇ ਗਲੇ ਵਿੱਚ ਗੋਲੀ ਮਾਰੀ ਗਈ। ਇਸ ਘਟਨਾ ਦੇ ਨਾਲ ਸਿਰਫ ਟਰੰਪ ਹੀ ਨਹੀਂ, ਬਲਕਿ ਕਮਲਾ ਹੈਰਿਸ, ਜੋ ਬਾਈਡਨ ਅਤੇ ਬਰਾਕ ਓਬਾਮਾ ਵੀ ਦੁਖੀ ਹਨ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਲਿਖਿਆ ਕਿ ਸ਼ਾਨਦਾਰ ਅਤੇ ਇੱਥੋਂ ਤੱਕ ਕਿ ਸਭ ਤੋਂ ਮਹਾਨ ਚਾਰਲੀ ਕਿਰਕ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਅਮਰੀਕਾ ਦੇ ਨੌਜਵਾਨਾਂ ਨੇ ਚਾਰਲੀ ਤੋਂ ਬਿਹਤਰ ਕਿਸੇ ਨੂੰ ਨਹੀਂ ਸਮਝਿਆ, ਨਾ ਹੀ ਕਿਸੇ ਦੇ ਕੋਲ ਉਹ ਦਿਲ ਸੀ। ਉਹਨਾਂ ਨੂੰ ਸਾਰੇ ਲੋਕ ਪਸੰਦ ਕਰਦੇ ਸਨ ਅਤੇ ਸਾਰਿਆਂ ਨੇ ਉਸ ਨੂੰ ਸਰਾਹਿਆ, ਖਾਸ ਕਰਕੇ ਮੈਂ। ਹੁਣ ਉਹ ਸਾਡੇ ਵਿੱਚ ਨਹੀਂ ਹਨ। ਮੈਲਾਨੀਆ ਅਤੇ ਮੇਰੀ ਸਾਂਝੀ ਸੰਵੇਦਨਾ ਉਹਨਾਂ ਦੀ ਪਤਨੀ ਐਰਿਕਾ ਅਤੇ ਪਰਿਵਾਰ ਦੇ ਨਾਲ ਹੈ। ਚਾਰਲੀ, ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਚਾਰਲੀ ਦੀ ਸਨਮਾਨ ਵਿੱਚ ਉਹ ਪੂਰੇ ਅਮਰੀਕਾ ਵਿੱਚ ਸਾਰੇ ਝੰਡਿਆਂ ਨੂੰ ਅੱਧਾ ਝੁਕਾਉਣ ਦਾ ਆਦੇਸ਼ ਦਿੰਦੇ ਹਨ। ਇਸ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਜੋ ਹੈਰਾਨ ਅਤੇ ਡਰਾਉਣਾ ਹੈ। 10 ਸਤੰਬਰ ਨੂੰ ਦੁਪਹਿਰ 12 ਵਜੇ ਦੇ ਕਰੀਬ ਚਾਰਲੀ ਯੂਨੀਵਰਸਿਟੀ ਵਿੱਚ ਇੱਕ ਸੈਸ਼ਨ ਦੌਰਾਨ ਵਿਦਿਆਰਥੀਆਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਉਦੋਂ ਹੀ ਕਿਸੇ ਨੇ ਉਹਨਾਂ ਨੂੰ ਗੋਲੀ ਮਾਰੀ।
ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਿਹਾ ਹੈ। ਵੀਡੀਓ ਵਿੱਚ ਚਾਰਲੀ ਸਫੇਦ ਟੈਂਟ ਹੇਠਾਂ ਮਾਈਕ ਤੇ ਬੋਲਦੇ ਹੋਏ ਦਿਖਾਈ ਦੇ ਰਹੇ ਹਨ। ਉਦੋਂ ਹੀ ਅਚਾਨਕ ਗੋਲੀ ਦੀ ਆਵਾਜ਼ ਸੁਣਾਈ ਦਿੰਦੀ ਹੈ। ਇਸ ਘਟਨਾ ਤੋਂ ਬਾਅਦ ਮੌਕੇ ਤੇ ਹਲਚਲ ਮਚ ਜਾਂਦੀ ਹੈ। ਲੋਕ ਚੀਕਦੇ ਹੋਏ ਉੱਥੋਂ ਦੇ ਭੱਜਣ ਲੱਗ ਜਾਂਦੇ ਹਨ। ਬੁੱਧਵਾਰ ਨੂੰ ਦਾਇਰ ਕੀਤੇ ਗਏ ਇੱਕ ਸੰਘੀ ਮੁਕੱਦਮੇ ਦੇ ਅਨੁਸਾਰ ਜੋ ਵਾਈਟ ਹਾਊਸ ਨੂੰ ਬਿਊਰੋ ਦੇ ਕਰਮਚਾਰੀਆਂ ਦੀਆਂ ਗਤੀਵਿਧੀਆਂ ਵਿੱਚ ਸਿੱਧੇ ਤੌਰ ਤੇ ਦਖਲਅੰਦਾਜ਼ੀ ਕਰਨ ਵਾਲਾ ਦੱਸਦਾ ਹੈ, ਉਸ ਦੇ ਅਨੁਸਾਰ 3 ਉੱਚ ਦਰਜੇ ਦੇ FBI ਅਧਿਕਾਰੀ ਨੂੰ ਪਿਛਲੇ ਮਹੀਨੇ ਇੱਕ ਬਦਲਾ ਲੈਣ ਦੀ ਮੁਹਿੰਮ ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ, ਜੋ ਇੱਕ ਡਾਇਰੈਕਟਰ ਦੁਆਰਾ ਬਿਹਤਰ ਜਾਣਦਾ ਸੀ, ਪਰ ਟਰੰਪ ਪ੍ਰਸ਼ਾਸਨ ਦੇ ਰਾਜਨੀਤਿਕ ਦਬਾਅ ਅੱਗੇ ਝੁਕ ਗਿਆ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਡਾਇਰੈਕਟਰ ਕਸ਼ ਪਟੇਲ ਨੇ ਬਰਖਾਸਤ ਕੀਤੇ ਗਏ ਏਜੰਟਾਂ ਵਿੱਚੋਂ ਇੱਕ ਬ੍ਰਾਇਨ ਰਿਸਕੋਲ ਨੂੰ ਕਿਹਾ ਹੈ ਕਿ ਉਹ ਜਾਣਦੇ ਹਨ ਕਿ ਏਜੰਟਾਂ ਨੂੰ ਉਹਨਾਂ ਦੇ ਕੰਮ ਕਰਨ ਵਾਲੇ ਮਾਮਲਿਆਂ ਦੇ ਆਧਾਰ ਤੇ ਬਰਖਾਸਤ ਕਰਨਾ ਸੰਭਾਵਤ ਤੌਰ ਤੇ ਗੈਰ ਕਾਨੂੰਨੀ ਹੈ, ਪਰ ਉਹ ਇਸ ਨੂੰ ਰੋਕਣ ਵਿੱਚ ਅਸਮਰਥ ਸਨ ਕਿਉਂਕਿ ਵਾਈਟ ਹਾਊਸ ਅਤੇ ਨਿਆਂ ਵਿਭਾਗ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜਾਂਚ ਕਰਨ ਵਾਲੇ ਸਾਰੇ ਏਜੰਟਾਂ ਨੂੰ ਹਟਾਉਣ ਦੇ ਲਈ ਦ੍ਰਿੜ ਸਨ। ਇਸ ਵਿੱਚ ਪਟੇਲ ਦੇ ਹਵਾਲੇ ਨਾਲ ਕਿਹਾ ਗਿਆ ਕਿ ਉਸਨੇ ਪਿਛਲੇ ਮਹੀਨੇ ਇੱਕ ਗੱਲਬਾਤ ਵਿੱਚ ਰਿਸਕੋਲ ਨੂੰ ਕਿਹਾ ਸੀ ਕਿ FBI ਨੇ ਰਾਸ਼ਟਰਪਤੀ ਨੂੰ ਜੇਲ੍ਹ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਇਸ ਨੂੰ ਭੁੱਲਿਆ ਨਹੀਂ ਹੈ। ਇਹ ਮੁਕੱਦਮਾ ਡ੍ਰਿਸਕੋਲ, ਸਟੀਵ ਜੈਨਸਨ ਅਤੇ ਸਪੈਂਸਰ ਇਵਾਨਸ ਵੱਲੋਂ ਦਾਇਰ ਕੀਤਾ ਗਿਆ, ਜਿਨ੍ਹਾਂ 5 ਏਜੰਟਾਂ ਵਿੱਚੋਂ 3 ਨੂੰ ਪਿਛਲੇ ਮਹੀਨੇ ਇੱਕ ਸਫਾਈ ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ, ਜਿਸ ਬਾਰੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨੇ ਕਰਮਚਾਰੀਆਂ ਨੂੰ ਪਰੇਸ਼ਾਨ ਕਰ ਦਿੱਤਾ। ਉਹਨਾਂ ਅਧਿਕਾਰੀਆਂ ਵੱਲੋਂ ਕਾਨੂੰਨੀ ਚੁਣੌਤੀ ਜੋ ਕਦੇ ਬਿਊਰੋ ਦੀ ਲੀਡਰਸ਼ਿਪ ਪੌੜੀ ਦੇ ਸਿਖਰਲੇ ਪੱਧਰ ਤੇ ਕਾਬਲ ਸਨ ਅਤੇ ਜਿਨ੍ਹਾਂ ਦੇ ਕੋਲ ਇਕੱਠੇ ਦਹਾਕਿਆਂ ਦਾ ਕਾਨੂੰਨ ਲਾਗੂ ਕਰਨ ਦਾ ਤਜਰਬਾ ਸੀ, ਇੱਕ ਅਜਿਹੀ ਏਜੰਸੀ ਦਾ ਚਿੱਤਰਨ ਕਰਦੀ ਹੈ ਜਿਸ ਦੇ ਕਰਮਚਾਰੀਆਂ ਦੇ ਫੈਸਲੇ ਜਨਤਕ ਸੁਰੱਖਿਆ ਨਾਲੋਂ ਰਾਜਨੀਤਿਕ ਵਿਚਾਰਾਂ ਦੁਆਰਾ ਵਧੇਰੇ ਆਕਾਰ ਦਿੱਤੇ ਜਾਂਦੇ ਹਨ ਅਤੇ ਇਸੇ ਵਜ੍ਹਾ ਨਾਲ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਜਾਂਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਾਸ਼ਿੰਗਟਨ DC ਦੇ ਇੱਕ ਰੈਸਟੋਰੈਂਟ ਦੇ ਵਿੱਚ ਰਾਤ ਦਾ ਖਾਣਾ ਖਾ ਰਹੇ ਸੀ, ਜਿਸ ਸਮੇਂ ਪ੍ਰਦਰਸ਼ਨਕਾਰੀਆਂ ਦੇ ਨਾਲ ਉਹਨਾਂ ਦੀ ਝੜਪ ਹੋ ਗਈ। ਵਾਈਟ ਹਾਊਸ ਦੇ ਨੇੜੇ ਜੋਜ਼ ਸੀਫੂਡ, ਪ੍ਰਾਈਮ ਸਟੀਕ ਅਤੇ ਸਟੋਨ ਕ੍ਰੈਬ ਤੇ ਪ੍ਰਦਰਸ਼ਨਕਾਰੀਆਂ ਨੇ ਫ੍ਰੀ DC ਅਤੇ ਫ੍ਰੀ ਫਲਸਤੀਨ ਦੇ ਨਾਅਰੇ ਲਗਾਏ ਅਤੇ ਉਹਨਾਂ ਨੂੰ ਆਪਣੇ ਸਮੇਂ ਦਾ ਹਿਟਲਰ ਕਿਹਾ। ਟਰੰਪ ਨੇ ਮੁਸਕਰਾਏ ਅਤੇ ਪ੍ਰਦਰਸ਼ਨਕਾਰੀਆਂ ਵੱਲ ਸਿਰ ਹਿਲਾਇਆ ਅਤੇ ਫਿਰ ਉਹਨਾਂ ਨੂੰ ਖਿੰਡਣ ਦਾ ਇਸ਼ਾਰਾ ਕਰਦੇ ਹੋਏ ਕਿਹਾ, ਚਲੀਏ। ਸੋ ਉਹਨਾਂ ਦੇ ਨਾਲ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਉਪ ਰਾਸ਼ਟਰਪਤੀ JD ਵੈਂਸ ਅਤੇ ਰੱਖਿਆ ਸਕੱਤਰ ਪੀਟ ਹੈਗਸੇਥ ਵੀ ਸਨ। ਰਿਪੋਰਟ ਦੇ ਅਨੁਸਾਰ ਹੋਰਾਂ ਨੇ ਪ੍ਰਦਰਸ਼ਨਕਾਰੀਆਂ ਦਾ ਸਾਹਮਣਾ ਕੀਤਾ, ਜਿਨ੍ਹਾਂ ਨੂੰ ਬਾਅਦ ਵਿੱਚ ਬਾਹਰ ਕੱਢ ਦਿੱਤਾ ਗਿਆ। ਕੋਡ ਪਿੰਕ ਨਾਮਕ ਇੱਕ ਨਾਰੀਵਾਦੀ ਕਾਰਕੁਨ ਸਮੂਹ ਨੇ ਜ਼ਿੰਮੇਵਾਰੀ ਲਈ ਹੈ, ਸੋਸ਼ਲ ਮੀਡੀਆ ਤੇ ਪੋਸਟ ਕੀਤਾ ਤੇ ਕਿਹਾ ਕਿ ਜਦੋਂ ਟਰੰਪ, JD ਵੈਂਸ, ਮਾਰਕੋ ਰੂਬੀਓ, ਪੀਟ ਹੈਗਸੇਥ ਅਤੇ ਹੋਰ ਇੱਕ ਸਟੀਕ ਹਾਊਸ ਵਿੱਚ ਦਾਵਤ ਕਰ ਰਹੇ ਸਨ, ਅਸੀਂ ਆਪਣੇ ਸਟੈਂਡ ਤੇ ਖੜੇ ਰਹੇ ਅਤੇ ਉਹਨਾਂ ਨੂੰ ਸੱਚ ਦੱਸਿਆ ਕਿ DC ਨੂੰ ਆਜ਼ਾਦ ਕਰੋ, ਫਲਸਤੀਨ ਨੂੰ ਆਜ਼ਾਦ ਕਰੋ। ਟਰੰਪ ਸਾਡੇ ਸਮੇਂ ਦਾ ਹਿਟਲਰ ਹੈ। ਟਰੰਪ ਵੱਲੋਂ ਵਾਸ਼ਿੰਗਟਨ ਪੁਲਿਸ ਨੂੰ ਸੰਘੀ ਬਣਾਉਣ ਅਤੇ ਨੈਸ਼ਨਲ ਗਾਰਡ ਤੈਨਾਤ ਕਰਨ ਤੋਂ ਬਾਅਦ ਉਸਨੇ ਸ਼ੇਖੀ ਮਾਰੀ ਕਿ ਰਾਜਧਾਨੀ ਹੁਣ ਇੱਕ ਸੁਰੱਖਿਅਤ ਖੇਤਰ ਹੈ। ਰਾਤ ਦੇ ਖਾਣੇ ਲਈ ਰਵਾਨਾ ਹੋਣ ਤੋਂ ਪਹਿਲਾਂ ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਲਦੀ ਹੀ ਕਿਸੇ ਹੋਰ ਸ਼ਹਿਰ ਵਿੱਚ ਵੀ ਇਸੇ ਤਰ੍ਹਾਂ ਦੀਆਂ ਮੁਹਿੰਮ ਨੂੰ ਸ਼ੁਰੂ ਕੀਤਾ ਜਾਏਗਾ ਤੇ ਅਸੀਂ ਜਲਦੀ ਹੀ ਕਿਸੇ ਹੋਰ ਸ਼ਹਿਰ ਦਾ ਐਲਾਨ ਕਰਾਂਗੇ ਜਿੱਥੇ ਅਸੀਂ ਜਾ ਰਹੇ ਹਾਂ, ਅਸੀਂ ਇਸ ਤੇ ਕੰਮ ਕਰ ਰਹੇ ਹਾਂ। ਟਰੰਪ ਨੇ ਇਹ ਵੀ ਕਿਹਾ ਕਿ ਉਹ ਆਪਣੇ ਕੈਬਨਿਟ ਮੈਂਬਰਾਂ ਦੇ ਨਾਲ ਰਾਤ ਦਾ ਖਾਣਾ ਖਾ ਰਹੇ ਹਨ ਕਿਉਂਕਿ ਇਹ ਹੁਣ ਸੁਰੱਖਿਅਤ ਹੋ ਗਿਆ। ਉਹਨਾਂ ਨੇ ਕਿਹਾ ਕਿ ਇਹ ਦੇਸ਼ ਦੇ ਸਭ ਤੋਂ ਅਸੁਰੱਖਿਅਤ ਸ਼ਹਿਰਾਂ ਵਿੱਚੋਂ ਇੱਕ ਸੀ, ਹੁਣ ਇਹ ਦੇਸ਼ ਦੇ ਕਿਸੇ ਵੀ ਸ਼ਹਿਰ ਵਾਂਗ ਸੁਰੱਖਿਅਤ ਹੈ। ਇਸ ਲਈ ਅਸੀਂ ਇੱਥੇ ਕੈਬਨਿਟ ਮੈਂਬਰਾਂ ਦੇ ਨਾਲ ਰਾਤ ਦਾ ਖਾਣਾ ਖਾ ਰਹੇ ਹਾਂ ਅਤੇ ਸਾਰਿਆਂ ਨੂੰ ਬਾਹਰ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸਾਡਾ ਸ਼ਹਿਰ ਸੁਰੱਖਿਅਤ ਹੈ, ਇਹ ਚੰਗੀ ਗੱਲ ਹੈ। ਮौज ਮਸਤੀ ਕਰੋ, ਘਰ ਜਾਂਦੇ ਸਮੇਂ ਤੁਹਾਨੂੰ ਲੁੱਟਿਆ ਨਹੀਂ ਜਾਵੇਗਾ। ਉਸਨੇ ਤਾੜੀਆਂ ਵਜਾਉਂਦੇ ਹੋਏ ਖਾਣੇ ਵਾਲਿਆਂ ਨੂੰ ਕਿਹਾ। ਇਸ ਦੇ ਨਾਲ ਹੀ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਹੋਣਾ ਸ਼ੁਰੂ ਹੋ ਜਾਂਦਾ ਹੈ। ਕੁਝ ਲੋਕ ਉੱਥੇ ਆ ਕੇ ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਕਰਨੇ ਸ਼ੁਰੂ ਕਰ ਦਿੰਦੇ ਨੇ। ਦੁਨੀਆ ਭਰ ਵਿੱਚ ਸਿਆਸੀ ਹਲਚਲ ਦਾ ਮਾਹੌਲ ਬਣਿਆ ਹੋਇਆ ਹੈ। ਸਿਰਫ 3 ਦਿਨਾਂ ਦੇ ਅੰਦਰ ਜਾਪਾਨ, ਫਰਾਂਸ ਅਤੇ ਨੇਪਾਲ ਦੇ ਪ੍ਰਧਾਨ ਮੰਤਰੀਆਂ ਨੇ ਆਪਣਾ ਅਹੁਦਾ ਛੱਡ ਦਿੱਤਾ। 7 ਸਤੰਬਰ ਨੂੰ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੋ ਇਸ਼ੀਬਾ ਨੇ ਅਸਤੀਫਾ ਦਿੱਤਾ। 8 ਸਤੰਬਰ ਨੂੰ ਫਰਾਂਸ ਦੇ ਪ੍ਰਧਾਨ ਮੰਤਰੀ ਫਰਾਂਸਵਾ ਬਾਇਰੋ ਨੇ ਅਹੁਦਾ ਤਿਆਗ ਦਿੱਤਾ ਅਤੇ 9 ਸਤੰਬਰ ਨੂੰ ਨੇਪਾਲ ਦੇ KP ਸ਼ਰਮਾ ਓਲੀ ਨੂੰ ਅਹੁਦਾ ਛੱਡਣਾ ਪਿਆ। ਜਾਪਾਨ ਵਿੱਚ ਸਿਆਸੀ ਦਬਾਅ ਕਾਰਨ ਅਸਤੀਫਾ ਦਿੱਤਾ ਗਿਆ ਹੈ। ਜਾਪਾਨ ਦੇ PM ਇਸ਼ੀਬਾ ਨੂੰ ਹਾਲ ਹੀ 'ਚ ਹੋਈਆਂ ਸੰਸਦ ਯਾਨੀ ਹਾਊਸ ਆਫ ਕਾਉਂਸਲਰਸ ਦੀਆਂ ਚੋਣਾਂ 'ਚ ਹਾਰ ਮਿਲੀ ਸੀ। ਉਹਨਾਂ ਦੀ ਗੱਠਜੋੜ ਸਰਕਾਰ ਸਿਰਫ 75 ਸੀਟਾਂ ਹੀ ਜਿੱਤ ਸਕੇ। ਇਸ ਦੇ ਨਾਲ ਹੀ ਪਾਰਟੀ ਦੇ ਅੰਦਰੋਂ ਉਹਨਾਂ ਵਿਰੁੱਧ ਵਿਰੋਧ ਵਧਣ ਲੱਗਾ। ਇਸ ਦਬਾਅ ਹੇਠ ਇਸ਼ੀਬਾ ਨੇ 7 ਸਤੰਬਰ ਨੂੰ ਅਸਤੀਫਾ ਦੇ ਦਿੱਤਾ। ਜੇ ਗੱਲ ਕਰੀਏ ਫਰਾਂਸ ਦੀ ਤਾਂ ਫਰਾਂਸ ਵਿੱਚ ਬੇਭਰੋਸਗੀ
ਮਤੇ ਕਾਰਨ ਅਹੁਦੇ ਤੋਂ ਹਟਾਏ ਗਏ ਹਨ। ਪ੍ਰਧਾਨ ਮੰਤਰੀ ਫਰਾਂਸ ਦੇ ਪ੍ਰਧਾਨ ਮੰਤਰੀ ਫਰਾਂਸਵਾ ਬਾਇਰੋ ਨੂੰ ਸੰਸਦ ਵਿੱਚ ਵਿਸ਼ਵਾਸ ਮਤ ਨਹੀਂ ਮਿਲਿਆ। ਉਹਨਾਂ ਦੇ ਹੱਕ ਵਿੱਚ 194 ਅਤੇ ਵਿਰੋਧ ਵਿੱਚ 364 ਵੋਟਾਂ ਪਈਆਂ। ਇਹ ਰਾਸ਼ਟਰਪਤੀ ਮੈਕਰੋ ਲਈ ਚੌਥੀ ਵਾਰੀ ਹੋਵੇਗਾ ਜਦੋਂ ਉਹ ਨਵਾਂ ਪ੍ਰਧਾਨ ਮੰਤਰੀ ਚੁਣਨਗੇ। ਬਾਇਰੋ ਨੇ ਅਪੀਲ ਕੀਤੀ ਸੀ ਕਿ ਦੇਸ਼ ਦੇ ਵੱਧਦੇ ਕਰਜ਼ੇ ਨੂੰ ਰੋਕਣਾ ਲਾਜ਼ਮੀ ਹੈ, ਪਰ ਉਹ ਵਿਸ਼ਵਾਸ ਮਤ ਨਹੀਂ ਜਿੱਤ ਸਕੇ। ਇਸ ਤੋਂ ਬਾਅਦ ਗੱਲ ਕਰੀਏ ਨੇਪਾਲ ਦੀ, ਤੇ ਨੇਪਾਲ ਦੇ ਵਿੱਚ ਜੈਨਜ਼ੀ ਦੇ ਰੋਸ ਨੇ ਇਹ ਹਾਲਾਤ ਪੈਦਾ ਕਰ ਦਿੱਤੇ ਨੇ ਕਿ ਉੱਥੇ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਛੱਡ ਕੇ ਭੱਜਣਾ ਪਿਆ। ਨੇਪਾਲ ਵਿੱਚ ਜੈਨਜ਼ੀ ਵੱਲੋਂ ਸੋਸ਼ਲ ਮੀਡੀਆ ਤੇ ਪਾਬੰਦੀ ਦੇ ਵਿਰੋਧ 'ਚ ਹੋਏ ਹਿੰਸਕ ਪ੍ਰਦਰਸ਼ਨਾਂ ਨੇ ਹਾਲਾਤ ਬੇਕਾਬੂ ਕਰ ਦਿੱਤੇ। ਕਾਠਮਾਂਡੂ ਸਣੇ ਕਈ ਥਾਵਾਂ ਤੇ ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਗਿਆ, ਇੱਥੋਂ ਤੱਕ ਕਿ ਸੰਸਦ 'ਚ ਅੱਗ ਲਗਾ ਦਿੱਤੀ ਗਈ। ਇਸ ਹਾਲਾਤ ਕਾਰਨ ਪੀਐਮ ਓਲੀ ਨੇ ਅਸਤੀਫਾ ਦੇ ਦਿੱਤਾ। ਓਲੀ ਦੇ ਅਸਤੀਫੇ ਤੋਂ ਬਾਅਦ ਨੇਪਾਲ ਦੀ ਸੈਨਾ ਨੇ ਕਮਾਨ ਸੰਭਾਲ ਲਈ ਹੈ ਤੇ ਕਈ ਥਾਵਾਂ ਤੇ ਕਰਫਿਊ ਵੀ ਲਗਾ ਦਿੱਤਾ ਗਿਆ। ਟੋਰਾਂਟੋ ਦੇ ਉੱਤਰ ਵਿੱਚ ਸਥਿਤ ਰਿਚਮੰਡ ਹਿੱਲ ਵਿੱਚ ਇੱਕ ਕਾਰ ਡੇ ਕੇਅਰ ਦੀ ਖਿੜਕੀ ਤੋੜਦੇ ਹੋਏ ਅੰਦਰ ਦਾਖਲ ਹੋ ਗਈ, ਜਿਸ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਯੋਰਕ ਰੀਜਨਲ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਇਹ ਘਟਨਾ ਓਨਟਾਰੀਓ ਦੇ ਰਿਚਮੰਡ ਹਿੱਲ ਵਿੱਚ ਯੋਂਗੇ ਸਟਰੀਟ ਅਤੇ ਨਾਟਿੰਗਮ ਡਰਾਈਵ ਦੇ ਨੇੜੇ ਵਾਪਰੀ ਹੈ। ਪੁਲਿਸ ਨੇ ਕਿਹਾ ਕਿ ਮ੍ਰਿਤਕ ਬੱਚੇ ਦੀ ਉਮਰ ਸਿਰਫ 1.5 ਸਾਲ ਸੀ। ਇਸ ਹਾਦਸੇ ਵਿੱਚ 18 ਮਹੀਨਿਆਂ ਤੋਂ 3 ਸਾਲ ਦੇ 6 ਹੋਰ ਬੱਚੇ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਕਿੰਡਰਗਾਰਟਨ ਦੇ 3 ਕਰਮਚਾਰੀ ਵੀ ਜ਼ਖਮੀ ਹੋਏ ਹਨ। ਪੁਲਿਸ ਕਰਮਚਾਰੀ ਕੈਵਿਨ ਨੈਬਰੀਜ਼ਾ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਐਸਯੂਵੀ ਦੇ 70 ਸਾਲਾਂ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁਲਿਸ ਦਾ ਮੰਨਣਾ ਹੈ ਕਿ ਇਹ ਹਾਦਸਾ ਜਾਣਬੁੱਝ ਕੇ ਨਹੀਂ ਕੀਤਾ ਗਿਆ ਸੀ, ਸਗੋਂ ਗਲਤੀ ਦੇ ਨਾਲ ਹੋਇਆ ਸੀ। ਡੇਵਿਸ ਸ਼ਹਿਰ ਦੇ ਵਾਸੀ ਪਰਮਪ੍ਰੀਤ ਸਿੰਘ ਨੇ ਕੋਕੀਨ, ਹੈਰੋਇਨ, ਅਫੀਮ ਅਤੇ ਕੈਟਾਮਾਈਨ ਦੀ ਤਸਕਰੀ ਨਾਲ ਸੰਬੰਧੀ ਦੋਸ਼ ਕਬੂਲੇ ਹਨ। ਯੂਐਸ ਅਟਾਰਨੀ ਐਰੀ ਗ੍ਰਾਂਟ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਪਰਮਪ੍ਰੀਤ ਸਿੰਘ ਆਪਣੇ ਸਾਥੀਆਂ ਰੋਜ਼ਵਿਲ ਦੇ ਅਮਨਦੀਪ ਮੁਲਤਾਨੀ ਅਤੇ ਸੈਕਰਾਮੈਂਟੋ ਦੇ ਰਣਵੀਰ ਸਿੰਘ ਦੇ ਨਾਲ ਮਿਲ ਕੇ ਇੱਕ ਗੈਰ ਕਾਨੂੰਨੀ ਕਾਰੋਬਾਰ ਕਰ ਰਿਹਾ ਸੀ। ਅਕਤੂਬਰ 2020 ਤੋਂ ਅਪ੍ਰੈਲ 2021 ਤੱਕ ਦੇ ਸਮੇਂ ਦੌਰਾਨ ਇਹਨਾਂ ਨੇ ਅਮਰੀਕਨ ਗੁਪਤ ਏਜੰਟਾਂ ਦੇ ਨਾਲ ਕੈਨੇਡਾ ਅਤੇ ਕੈਲੀਫੋਰਨੀਆ ਦੇ ਵਿੱਚ ਡਰੱਗ ਸੌਦੇ ਕੀਤੇ। ਇਸ ਦੌਰਾਨ ਤਕਰੀਬਨ 10 ਕਿਲੋ ਕੋਕੀਨ, 1.5 ਕਿਲੋ ਅਫੀਮ, 2 ਕਿਲੋ ਕੈਟਾਮਾਈਨ ਅਤੇ ਹੈਰੋਇਨ ਦੇ ਕਈ ਨਮੂਨੇ ਵੇਚਣ ਦੇ ਸੌਦੇ ਦਰਜ ਕੀਤੇ ਗਏ। ਦੋਸ਼ ਕਬੂਲਣ ਤੋਂ ਬਾਅਦ ਪਰਮਪ੍ਰੀਤ ਸਿੰਘ ਨੇ ਅਮਰੀਕੀ ਸਰਕਾਰ ਵੱਲੋਂ ਆਪਣੇ $2 ਮਿਲੀਅਨ ਜ਼ਬਤ ਕਰਨ ਤੇ ਵੀ ਸਹਿਮਤੀ ਜ਼ਾਹਰ ਕੀਤੀ ਹੈ। ਇਹ ਕੇਸ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੀ ਜਾਂਚ ਦਾ ਨਤੀਜਾ ਹੈ, ਜਿਸ ਵਿੱਚ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ, FBI, ਕੈਨੇਡਾ ਦੀ ਯਾਰਕ ਰੀਜਨਲ ਪੁਲਿਸ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਅਤੇ ਪਲੇਸਰ ਕਾਉਂਟੀ ਸਪੈਸ਼ਲ ਇਨਵੈਸਟੀਗੇਸ਼ਨ ਯੂਨੀਅਨ ਦੇ ਸਹਿਯੋਗ ਦਿੱਤਾ ਗਿਆ। ਇਸ ਮਾਮਲੇ ਨਾਲ ਜੁੜੀਆਂ ਕਈ ਗ੍ਰਿਫਤਾਰੀਆਂ ਕੈਨੇਡਾ ਦੇ ਵਿੱਚ ਵੀ ਹੋ ਚੁੱਕੀਆਂ ਹਨ। ਅਮਨਦੀਪ ਮੁਲਤਾਨੀ ਨੇ ਦਸੰਬਰ 2022 ਵਿੱਚ ਦੋਸ਼ ਕਬੂਲ ਕਰ ਲਿਆ ਸੀ ਅਤੇ ਉਸ ਨੂੰ 18 ਨਵੰਬਰ 2025 ਨੂੰ ਸਜ਼ਾ ਸੁਣਾਈ ਜਾਵੇਗੀ। ਰਣਵੀਰ ਸਿੰਘ ਦੀ ਜਿਊਰੀ ਟ੍ਰਾਇਲ 6 ਅਕਤੂਬਰ 2025 ਤੋਂ ਸ਼ੁਰੂ ਹੋਵੇਗਾ। ਉਦੋਂ ਤੱਕ ਉਸ ਦੇ ਖਿਲਾਫ ਦੋਸ਼ ਸਿਰਫ ਇਲਜ਼ਾਮ ਹੀ ਮੰਨੇ ਜਾਣਗੇ ਅਤੇ ਕਾਨੂੰਨ ਅਨੁਸਾਰ ਉਹ ਬੇਦੋਸ਼ ਮੰਨਿਆ ਜਾਵੇਗਾ। ਗੱਲ ਕਰੀਏ ਪਰਮਪ੍ਰੀਤ ਸਿੰਘ ਦੀ ਤਾਂ ਉਸ ਨੂੰ 27 ਜਨਵਰੀ 2026 ਨੂੰ ਸੀਨੀਅਰ ਯੂਐਸ ਡਿਸਟ੍ਰਿਕਟ ਜੱਜ ਜਾਨ ਏ ਮੇਂਡੇਸ ਵੱਲੋਂ ਸਜ਼ਾ ਸੁਣਾਈ ਜਾਵੇਗੀ। ਉਸ ਨੂੰ ਵੱਧ ਤੋਂ ਵੱਧ ਉਮਰ ਕੈਦ ਅਤੇ $10 ਮਿਲੀਅਨ ਜੁਰਮਾਨਾ ਹੋ ਸਕਦਾ ਹੈ। ਘੱਟੋ ਘੱਟ ਸਜ਼ਾ ਦਾ ਕੋਈ ਜ਼ਿਕਰ ਨਹੀਂ ਹੈ, ਜਿਸ ਦਾ ਫੈਸਲਾ ਉਸ ਦਿਨ ਜੱਜ ਵੱਲੋਂ ਕੀਤਾ ਜਾਵੇਗਾ। ਕੈਨੇਡੀਅਨ ਸ਼ਹਿਰਾਂ ਵਿੱਚ ਝੁੱਗੀਆਂ ਦੀ ਲਗਾਤਾਰ ਵੱਧਦੀ ਗਿਣਤੀ ਤੋਂ ਲੋਕ ਤੰਗ ਆ ਚੁੱਕੇ ਹਨ ਅਤੇ ਬੇਰੀ ਸ਼ਹਿਰ ਦੇ ਮੇਅਰ ਨੇ ਇਸ ਨਾਮੁਰਾਦ ਸਮੱਸਿਆ ਦੇ ਮੱਦੇਨਜ਼ਰ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਮੇਅਰ ਅਲੈਕਸ ਨਟਲ ਨੇ ਕਿਹਾ ਹੈ ਕਿ ਬੇਰੀ ਵਾਸੀਆਂ ਦੇ ਬਰਦਾਸ਼ਤ ਦਾ ਬੰਨ ਟੁੱਟ ਚੁੱਕਿਆ ਹੈ। ਥਾਂ-ਥਾਂ ਤੇ ਨਜ਼ਰ ਆਉਂਦੀਆਂ ਝੁੱਗੀਆਂ ਜਿੱਥੇ ਸੁਰੱਖਿਆ ਚਿੰਤਾਵਾਂ ਵਧਾ ਰਹੀਆਂ ਹਨ, ਉੱਥੇ ਨਸ਼ਿਆਂ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦਾ ਸੰਕਟ ਮੰਡਰਾ ਰਿਹਾ ਹੈ। ਸਰਕਾਰੀ ਥਾਵਾਂ ਤੇ ਲੱਗੇ ਤੰਬੂ ਨਾ ਸਿਰਫ ਗੰਦ ਪਾਣ ਕਾਰਨ ਬਣ ਰਹੇ ਹਨ, ਯਾਨੀ ਕਿ ਗੰਦ ਦਾ ਕਾਰਨ ਬਣ ਰਹੇ ਹਨ, ਸਗੋਂ ਜਲ ਸਰੋਤਾਂ ਵਿੱਚ ਖਤਰਨਾਕ ਕੋਲਾਈ ਬੈਕਟੀਰੀਆ ਮਿਲਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਮੇਅਰ ਵੱਲੋਂ ਦੋਹਰੇ ਕਤਲकांड ਦਾ ਜ਼ਿਕਰ ਵੀ ਕੀਤਾ ਗਿਆ, ਜਿਸ ਮਗਰੋਂ ਵੱਡੀ ਗਿਣਤੀ ਵਿੱਚ ਝੁੱਗੀਆਂ ਜ਼ਬਰਦਸਤੀ ਚੁਕਵਾਉਣੀਆਂ ਪਈਆਂ ਅਤੇ ਸਾਫ਼ ਸਫਾਈ ਤੇ ਲੱਖਾਂ ਡਾਲਰ ਖਰਚ ਹੋਏ। ਝੁੱਗੀਆਂ ਵਿੱਚ ਲੱਗਣ ਵਾਲੀ ਅੱਗ ਇੱਕ ਵੱਖਰੀ ਮੁਸੀਬਤ ਬਣੀ ਹੋਈ ਹੈ, ਜੋ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਵਾਸਤੇ ਖਤਰਾ ਪੈਦਾ ਕਰਦੀ ਹੈ। ਮੇਅਰ ਨੇ ਕਿਹਾ ਹੈ ਕਿ ਪਹਿਲੇ ਦਿਨ ਤੋਂ ਹੀ ਉਹ ਕਹਿੰਦੇ ਆ ਰਹੇ ਹਨ ਕਿ ਬੈਰੀ ਸ਼ਹਿਰ ਵਿੱਚ ਥਾਂ-ਥਾਂ ਤੇ ਤੰਬੂ ਬਰਦਾਸ਼ਤ ਨਹੀਂ ਕੀਤੇ ਜਾਣਗੇ। ਜਿਹੜੇ ਲੋਕਾਂ ਨੂੰ ਮਦਦ ਦੀ ਜ਼ਰੂਰਤ ਹੈ, ਉਹਨਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ, ਪਰ ਇਨ੍ਹਾਂ ਝੁੱਗੀਆਂ ਨੂੰ ਹਟਾਉਣਾ ਬੇहद ਜ਼ਰੂਰੀ ਹੋ ਗਿਆ। ਬੇਰੀ ਸ਼ਹਿਰ ਦੇ ਲੋਕਾਂ ਦੀ ਹਿਫਾਜ਼ਤ ਮਿਊਨਿਸਪੈਲਿਟੀ ਦੀ ਪਹਿਲੀ ਤਰਜੀਹ ਹੈ, ਜਿਸ ਨੂੰ ਵੇਖਦਿਆਂ ਤੰਬੂਆਂ ਵਿੱਚ ਰਹਿ ਰਹੇ ਲੋਕ ਆਪਣਾ ਪ੍ਰਬੰਧ ਕਰ ਲੈਣ। ਤੁਹਾਨੂੰ ਦੱਸ ਦਈਏ ਕਿ ਐਮਰਜੈਂਸੀ ਦੇ ਐਲਾਨ ਮਗਰੋਂ ਸਿਟੀ ਸਟਾਫ ਨੂੰ ਜ਼ਬਰਦਸਤੀ ਕਰਦਿਆਂ ਤੰਬੂ ਹਟਾਉਣ ਦਾ ਅਖਤਿਆਰ ਮਿਲ ਗਿਆ।
ਦੂਜੇ ਪਾਸੇ ਮਿਊਨਿਸਪਲ ਕਾਨੂੰਨ ਦੇ ਮਾਹਰ ਅਜੇ ਗਜਾਰੀਆ ਨੇ ਕਿਹਾ ਹੈ ਕਿ ਮੇਅਰ ਵੱਲੋਂ ਐਮਰਜੈਂਸੀ ਦਾ ਐਲਾਨ ਇੱਕ ਸਿਆਸੀ ਪੈਂਤੜੇ ਤੋਂ ਵੱਧ ਕੁਝ ਨਹੀਂ ਹੈ। ਇਲਾਕੇ ਦੇ ਐਮਪੀ ਡਗ ਸ਼ਿਪਲੀ ਨੇ ਮੇਅਰ ਦੀ ਹਮਾਇਤ ਕਰਦਿਆਂ ਕਿਹਾ ਕਿ ਸਮੱਸਿਆ ਨਾਲ ਨਜਿੱਠਣ ਲਈ ਐਲੈਕਸ ਨਟਲ ਦਾ ਸਾਥ ਦੇਣਾ ਹੀ ਹੋਵੇਗਾ। ਮੇਅਰ ਦੇ ਐਲਾਨ ਵਿੱਚ ਇੱਕ ਟਾਸਕ ਫੋਰਸ ਗਠਿਤ ਕਰਨ ਦਾ ਜ਼ਿਕਰ ਵੀ ਕੀਤਾ ਗਿਆ, ਜਿਸ ਰਾਹੀਂ ਤੰਬੂਆਂ ਵਿੱਚ ਨਸ਼ਿਆਂ ਦੀ ਵਰਤੋਂ ਨੂੰ ਠੱਲ ਪਾਈ ਜਾ ਸਕੇਗੀ। ਮੇਅਰ ਵੱਲੋਂ ਸਿਮਕੋਏ ਕਾਉਂਟੀ ਨੂੰ ਅਪੀਲ ਕੀਤੀ ਗਈ ਹੈ ਕਿ ਰੈਨ ਬਸੇਰਿਆਂ ਦਾ ਘੇਰਾ ਵਧਾਇਆ ਜਾਵੇ ਅਤੇ ਫੈਡਰਲ ਦੇ ਸੂਬਾ ਸਰਕਾਰ ਤੋਂ ਵੀ ਵਧੇਰੇ ਫੰਡਸ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ontario ਦੇ ਮਿਊਨਿਸਪਲ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਹੈ ਕਿ ਬੈਰੀ ਸਣੇ ਹਰ ਸ਼ਹਿਰ ਨੂੰ ਤੰਬੂ ਹਟਾਉਣ, ਪਬਲਿਕ ਪਾਰਕਸ ਦੀ ਸਫਾਈ ਅਤੇ ਬੇਘਰਾਂ ਲਈ ਯੋਜਨਾਵਾਂ ਦਾ ਘੇਰਾ ਵਧਾਉਣ ਲਈ ਹਰ ਤਰ੍ਹਾਂ ਦੀ ਮਦਦ ਦਿੱਤੀ ਜਾ ਰਹੀ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਬੈਰੀ ਸ਼ਹਿਰ ਵਿੱਚੋਂ ਝੁੱਗੀਆਂ ਚੁਕਵਾਉਣ ਦੀ ਕਾਰਵਾਈ ਕਦੋਂ ਆਰੰਭੀ ਜਾ ਰਹੀ ਹੈ। ਮੈਕਸੀਕੋ ਵਿੱਚ ਬੁੱਧਵਾਰ ਰਾਤ ਨੂੰ ਵਾਪਰੇ ਇੱਕ ਵੱਡੇ ਸੜਕ ਹਾਦਸੇ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇੱਕ ਨੈਸ਼ਨਲ ਹਾਈਵੇ ਤੇ ਇੱਕ ਗੈਸ ਟੈਂਕਰ ਪਲਟ ਗਿਆ ਜੋ ਜ਼ੋਰਦਾਰ ਧਮਾਕਾ ਹੋਣ ਮਗਰੋਂ ਫਟ ਗਿਆ। ਇਸ ਹਾਦਸੇ ਵਿੱਚ ਘੱਟੋ-ਘੱਟ 3 ਲੋਕਾਂ ਦੀ ਜਿਉਂਦੇ ਸੜਨ ਜਾਣ ਕਾਰਨ ਮੌਤ ਹੋ ਗਈ ਹੈ, ਜਦਕਿ 70 ਤੋਂ ਵੱਧ ਲੋਕ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਹਫੜਾ ਦਫੜੀ ਮਚ ਗਈ ਅਤੇ 18 ਵਾਹਨਾਂ ਨੂੰ ਅੱਗ ਲੱਗ ਗਈ ਅਤੇ ਉਹ ਸੜ ਕੇ ਸੁਆਹ ਹੋ ਗਏ। ਇਸ ਹਾਦਸੇ ਕਾਰਨ ਜ਼ਖਮੀ ਹੋਏ ਲੋਕਾਂ ਵਿੱਚੋਂ ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮੁੱਢਲੀ ਜਾਂਚ ਦੇ ਅਨੁਸਾਰ ਗੈਸ ਟੈਂਕਰ ਇੱਕ ਹਾਈਵੇ ਤੋਂ ਲੰਘ ਰਿਹਾ ਸੀ ਜਦੋਂ ਇਹ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਪਲਟ ਗਿਆ। ਪਲਟਣ ਤੋਂ ਕੁਝ ਪਲਾਂ ਬਾਅਦ ਇੱਕ ਵੱਡਾ ਧਮਾਕਾ ਹੋਇਆ, ਜਿਸ ਕਾਰਨ ਟੈਂਕਰ ਦੇ ਆਲੇ ਦੁਆਲੇ ਖੜੇ ਅਤੇ ਲੰਘ ਰਹੇ ਵਾਹਨਾਂ ਨੂੰ ਵੀ ਅੱਗ ਲੱਗ ਗਈ। ਇਸ ਘਟਨਾ ਤੋਂ ਬਾਅਦ ਹਾਦਸੇ ਦਾ ਦ੍ਰਿਸ਼ ਬਹੁਤ ਭਿਆਨਕ ਸੀ। ਚਾਰੇ ਪਾਸੇ ਧੂੰਆਂ ਹੀ ਧੂੰਆਂ, ਲੋਕਾਂ ਦੀ ਚੀਕਾਂ ਮਾਰਨ ਦੀ ਆਵਾਜ਼ ਅਤੇ ਆਲੇ ਦੁਆਲੇ ਸੜ ਰਹੇ ਵਾਹਨਾਂ ਨੂੰ ਦੇਖ ਹਰ ਕਿਸੇ ਦਾ ਦਿਲ ਕੰਬ ਗਿਆ। ਮੈਕਸੀਕੋ ਸਿਟੀ ਦੀ ਮੇਅਰ ਕਲਾਰਾ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਇਹ ਕਿਹਾ ਕਿ ਐਮਰਜੈਂਸੀ ਸੇਵਾਵਾਂ ਤੁਰੰਤ ਮੌਕੇ ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਉਣ ਦੇ ਲਈ ਕਈ ਘੰਟਿਆਂ ਤੱਕ ਸਖਤ ਮਿਹਨਤ ਕੀਤੀ। 70 ਤੋਂ ਵੱਧ ਜ਼ਖਮੀਆਂ ਵਿੱਚੋਂ 19 ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਸਥਾਨਕ ਪ੍ਰਸ਼ਾਸਨ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਦੇ ਝਟਕੇ ਨੇੜਲੇ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਅਤੇ ਕੁਝ ਸਮੇਂ ਲਈ ਪੂਰੇ ਇਲਾਕੇ ਵਿੱਚ ਬਿਜਲੀ ਅਤੇ ਆਵਾਜਾਈ ਵਿਵਸਥਾ ਠੱਪ ਹੋ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਅਸਮਾਨ ਤੱਕ ਪਹੁੰਚ ਰਹੀਆਂ ਸਨ ਅਤੇ ਸੜਕ ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਸੁਰੱਖਿਆ ਦੇ ਮੱਦੇਨਜ਼ਰ ਹਾਈਵੇ ਦੇ ਉਸ ਹਿੱਸੇ ਨੂੰ ਜਿੱਥੇ ਘਟਨਾ ਵਾਪਰੀ ਫਿਲਹਾਲ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਟੋਲ ਪਲਾਜ਼ਾ ਦੇ ਆਲੇ ਦੁਆਲੇ ਦੇ ਸਾਰੇ ਪ੍ਰਵੇਸ਼ ਸਥਾਨਾਂ ਨੂੰ ਸੀਲ ਕਰ ਦਿੱਤਾ ਹੈ ਤਾਂ ਜੋ ਬਚਾਅ ਕਾਰਜਾਂ ਵਿੱਚ ਕੋਈ ਰੁਕਾਵਟ ਨਾ ਆਵੇ। ਕੈਨੇਡਾ ਦੇ ਵਿੱਚ ਇੱਕ ਸ਼ਰਾਬੀ ਡਰਾਈਵਰ ਦੀ ਘੋਰ ਲਾਪਰਵਾਹੀ 2 ਸਾਊਥ ਏਸ਼ੀਅਨ ਔਰਤਾਂ ਦੀ ਮੌਤ ਦਾ ਕਾਰਨ ਬਣ ਗਈ। ਹੋਣਹਾਰ ਹਾਦਸਾ BC ਦੇ ਕੈਮਲੂਪਸ ਸ਼ਹਿਰ ਨੇੜੇ ਕੋਕੀਹੋਲਾ ਹਾਈਵੇ ਤੇ ਵਾਪਰਿਆ ਅਤੇ ਔਰਤਾਂ ਦੀ ਸ਼ਨਾਖਤ ਉਤਸੁਕਤਾ ਅਧਿਕਾਰੀ ਅਤੇ ਮਧੂਨੀ ਚਤੁਰਤਾ ਵਜੋਂ ਕੀਤੀ ਗਈ ਹੈ। BC ਦੇ ਹਾਈਵੇ ਪੈਟਰੋਲ ਨੇ ਦੱਸਿਆ ਕਿ ਜਾਨਲੇਵਾ ਹਾਦਸੇ ਮਗਰੋਂ ਇੱਕ ਸ਼ਰਾਬੀ ਡਰਾਈਵਰ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟ ਦੇ ਮੁਤਾਬਕ ਦੋਵੇਂ ਔਰਤਾਂ ਸਫੇਦ ਰੰਗ ਦੀ ਹੁੰਡਾਈ ਕੋਨਾ ਵਿੱਚ ਜਾ ਰਹੀਆਂ ਸਨ ਜਦੋਂ ਡੋਜ ਰੈਮ ਪਿਕਅਪ ਟਰੱਕ ਨੇ ਟੱਕਰ ਮਾਰੀ। ਹਾਈਵੇ ਪੈਟਰੋਲ ਦੇ ਕਾਰਪੋਰਲ ਮਾਈਕਲ ਨੇ ਦੱਸਿਆ ਕਿ ਹਾਦਸੇ ਦੇ ਗਵਾਹਾਂ ਜਾਂ ਡੈਸ਼ਕੈਮ ਵੀਡੀਓ ਦੀ ਤਲਾਸ਼ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ BC ਹਾਈਵੇ ਪੈਟਰੋਲ ਦੀ ਕੈਮਲੂਪਸ ਇਕਾਈ ਨਾਲ ਸੰਪਰਕ ਕੀਤਾ ਜਾਵੇ। ਦੂਜੇ ਪਾਸੇ ਕੈਮਲੂਪਸ ਦੇ ਸ਼ਿਵ ਸ਼ਕਤੀ ਮੰਦਿਰ ਅਤੇ ਨੇਪਾਲੀ ਸੁਸਾਇਟੀ ਵੱਲੋਂ ਗੋਫੰਡਮੀ ਪੇਜ ਸਥਾਪਿਤ ਕੀਤਾ ਗਿਆ। ਦੱਸ ਦਈਏ ਕਿ ਹਾਦਸੇ ਦੌਰਾਨ 2 ਜਣੇ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਪਛਾਣ ਵਿਕਾਸ ਭੰਡਾਰੀ ਵਜੋਂ ਕੀਤੀ ਗਈ ਹੈ, ਪਰ ਉਤਸੁਕਤਾ ਨਾਲ ਉਸਦੇ ਰਿਸ਼ਤੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਉਤਸੁਕਤਾ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਹਾਲ ਹੀ ਵਿੱਚ ਉਸਨੇ ਥੌਮਸਨ ਰਿਵਰਸ ਯੂਨੀਵਰਸਿਟੀ ਤੋਂ ਡਿਗਰੀ ਮੁਕੰਮਲ ਕੀਤੀ। ਮਧੂਨੀ ਚਤੁਰਦਾ ਦੇ ਪਤੀ ਵੱਲੋਂ ਵੀ ਗੋਫੰਡਮੀ ਪੇਜ ਸਥਾਪਿਤ ਕੀਤਾ ਗਿਆ ਜੋ ਆਪਣੇ ਪਿੱਛੇ 7 ਸਾਲ ਦਾ ਬੱਚਾ ਛੱਡ ਗਈ ਹੈ। ਸਰਕਾਰ ਵਿਰੋਧੀ ਪ੍ਰਦਰਸ਼ਨਾਂ ਕਾਰਨ KP ਸ਼ਰਮਾ ਓਲੀ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਇੱਕ ਦਿਨ ਬਾਅਦ ਨੇਪਾਲ ਦੀ ਫੌਜ ਨੇ ਬੁੱਧਵਾਰ ਨੂੰ ਰੋਸ ਪ੍ਰਦਰਸ਼ਨਾਂ ਦੀ ਆੜ 'ਚ ਸੰਭਾਵਿਤ ਹਿੰਸਾ ਨੂੰ ਰੋਕਣ ਲਈ ਦੇਸ਼ ਵਿਆਪੀ ਮਨਾਹੀ ਦੇ ਹੁਕਮ ਜਾਰੀ ਕਰਨ ਦੇ ਨਾਲ ਹੀ ਕਰਫਿਊ ਲਗਾ ਦਿੱਤਾ ਹੈ। ਦੇਸ਼ ਭਰ ਵਿੱਚ ਅਗਜਨੀ ਅਤੇ ਭੰਨਤੋੜ ਦੀਆਂ ਘਟਨਾਵਾਂ ਤੋਂ ਬਾਅਦ ਮੰਗਲਵਾਰ ਰਾਤ ਤੋਂ ਸੁਰੱਖਿਆ ਕਾਰਵਾਈਆਂ ਦੀ ਕਮਾਨ ਸੰਭਾਲਣ ਵਾਲੀ ਫੌਜ ਨੇ ਕਿਹਾ ਕਿ ਦੇਸ਼ ਭਰ ਵਿੱਚ ਕਰਫਿਊ ਲਾਗੂ ਰਹੇਗਾ। ਫੌਜ ਨੇ ਸੜਕਾਂ ਤੇ ਪਹਿਰਾ ਦਿੱਤਾ ਅਤੇ ਲੋਕਾਂ ਨੂੰ ਘਰ ਰਹਿਣ ਦਾ ਹੁਕਮ ਦਿੱਤਾ, ਜਿਸ ਕਾਰਨ ਰਾਜਧਾਨੀ ਕਾਠਮੰਡੂ ਵਿੱਚ ਸਨਾਟਾ ਛਾ ਗਿਆ। ਇੱਕ ਦਿਨ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ, ਰਾਸ਼ਟਰਪਤੀ ਦਫ਼ਤਰ, ਪ੍ਰਧਾਨ ਮੰਤਰੀ ਨਿਵਾਸ, ਸਰਕਾਰੀ ਇਮਾਰਤਾਂ, ਸੁਪਰੀਮ ਕੋਰਟ, ਸਿਆਸੀ ਪਾਰਟੀਆਂ ਦੇ ਦਫ਼ਤਰਾਂ ਅਤੇ ਸੀਨੀਅਰ ਨੇਤਾਵਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਸੀ। ਫੌਜ ਨੇ ਕਿਹਾ ਕਿ ਇਹ ਕਦਮ
ਪ੍ਰਦਰਸ਼ਨਾਂ ਦੀ ਆੜ ਵਿੱਚ ਲੁੱਟ-ਖੋਹ, ਅਗਜਨੀ ਅਤੇ ਹੋਰ ਵਿਨਾਸ਼ਕਾਰੀ ਗਤੀਵਿਧੀਆਂ ਦੀਆਂ ਸੰਭਾਵਿਤ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਹਨ। इस दौरान नेपाल च अंतरिम सरकार बनाने की चर्चा तेज हो गई है। काठमांडू के मेयर बालेन शाह और सुप्रीम कोर्ट की पहली महिला चीफ जस्टिस सुशीला कार्की अगला प्रधानमंत्री बनने की दौड़ में शामिल हैं। हालांकि सुशीला नूं लोकां दा समर्थन मिलिया है। उत्थे जैन जी ने अज देश में एक ऑनलाइन मीटिंग की जिस विच उन्होंने नेपाल नूं हिंदू राष्ट्र ऐलानण की मांग की है। इस दे नाल ही पश्चिमी नेपाल की एक जेल विच सुरक्षा कर्मचारियों के नाल झड़प विच घट्टो घट्ट 5 नाबालग कैदियों की मौत हो गई है, जबकि हिंसक सरकार विरोधी प्रदर्शनों दौरान देश भर दीआं वख-वख जेलों चों 13,500 तो वध कैदी फरार हो गए। नेपाल के सेहत मंत्रालय के अनुसार देश भर विच हुण तक 30 लोगों की मौत हो चुकी है और 1033 लोग जख्मी हुए हैं। साबका प्रधानमंत्री पुष्प कमल दहल प्रचंड की धी गंगा दहल के सड़े हुए घर विचों एक लाश बरामद हुई है। संयुक्त राष्ट्र के सकत्तर जनरल एंटोनियो गुतारेस ने नेपाल च जारी घटनाक्रम से गंभीर चिंता प्रगट करदਿਆਂ कहा कि स्थिति ते नेड़े नज़र रख रहे हैं और हिंसा च लोगों के मारे जाण कारण बहुत दुखी हैं। भारत विच भी नेपाल दे नाल लगदियां सरहदां ते अलर्ट जारी कर दिता गया है। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮੇਲ ਯੂਐਸ ਟੀਵੀ ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।